प्यारे विद्यार्थियों, आप सब जी का निੱਘਾ स्वागत है। ਅੱਜ ਅਸੀਂ 6ਵੀਂ ਜਮਾਤ ਦੇ ਸਮਾਜਿਕ ਵਿਗਿਆਨ ਵਿਸ਼ੇ ਵਿੱਚੋਂ ਇਤਿਹਾਸ ਭਾਗ ਦੇ ਪਾਠ 8 ਪ੍ਰਾਚੀਨ ਇਤਿਹਾਸ ਦਾ ਅਧਿਐਨ ਸਰੋਤ ਸੰਬੰਧੀ ਪੜਾਂਗੇ। ਇਸ ਸਾਰੇ ਪਾਠ ਦੀ ਦੁਹਰਾਈ ਕਰਾਂਗੇ ਅਤੇ ਦੁਹਰਾਈ ਕਰਨ ਦੇ ਨਾਲ ਸਾਨੂੰ ਇਹ ਫਾਇਦਾ ਹੋਵੇਗਾ ਕਿ ਇਸ ਪਾਠ ਨਾਲ ਸੰਬੰਧਿਤ ਜੋ ਵੀ ਅਭਿਆਸ ਮਾਲਾ ਹੈ ਉਹ ਸਾਰੀ ਅਸੀਂ ਹੱਲ ਕਰ ਸਕਾਂਗੇ। ਵਿਦਿਆਰਥੀਓ, ਤੁਸੀਂ ਆਪਣੀ ਕਾਪੀ ਪੈਨ ਆਦਿ ਆਪਣੇ ਕੋਲ ਰੱਖ ਲਓ ਤਾਂ ਜੋ ਤੁਸੀਂ ਨਾਲ ਦੀ ਨਾਲ ਸਹੀ ਉੱਤਰ ਆਪਣੀ ਕਾਪੀ ਵਿੱਚ ਵੀ ਨੋਟ ਕਰ ਸਕੋ। ਵਿਦਿਆਰਥੀਓ, ਦੁਹਰਾਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਦੁਹਰਾਈ ਦੇ ਨਾਲ ਹੀ ਅਸੀਂ ਜੋ ਕੁਝ ਵੀ ਪੜ੍ਹਿਆ ਹੁੰਦਾ ਹੈ ਉਸ ਨੂੰ ਲੰਮੇ ਸਮੇਂ ਲਈ ਆਪਣੇ ਦਿਮਾਗ ਵਿੱਚ ਰੱਖ ਸਕਦੇ ਹਾਂ ਔਰ ਜਿੰਨੀ ਅਸੀਂ ਦੁਹਰਾਈ ਕਰਾਂਗੇ ਓਨੇ ਹੀ ਸਾਨੂੰ ਪ੍ਰਸ਼ਨ ਉੱਤਰ ਯਾਦ ਕਰਨੇ ਸੌਖੇ ਹੋ ਜਾਂਦੇ ਹਨ। ਸੋ ਦੁਹਰਾਈ ਦਾ ਆਪਣਾ ਬਹੁਤ ਮਹੱਤਵ ਹੈ। ਹਮੇਸ਼ਾ ਜਦੋਂ ਵੀ ਤੁਸੀਂ ਕੋਈ ਪਾਠ ਪੜ੍ਹੋ, ਜਦੋਂ ਵੀ ਤੁਸੀਂ ਕੋਈ ਪ੍ਰਸ਼ਨ ਪੜ੍ਹੋ, ਉਸ ਦੀ ਵੱਧ ਤੋਂ ਵੱਧ ਦੁਹਰਾਈ ਕਰਿਆ ਕਰੋ ਤਾਂ ਜੋ ਦੁਹਰਾਈ ਦਾ ਤੁਹਾਨੂੰ ਫਾਇਦਾ ਹੋ ਸਕੇ। ਤੋ ਆਓ ਅੱਜ ਅਸੀਂ ਪਾਠ ਨੰਬਰ 8 ਪ੍ਰਾਚੀਨ ਇਤਿਹਾਸ ਦਾ ਅਧਿਐਨ ਸਰੋਤ ਦੀ ਦੁਹਰਾਈ ਕਰੀਏ। ਇਹ ਦੁਹਰਾਈ ਅਸੀਂ ਮਲਟੀਪਲ ਚੁਆਇਸ ਕੁਐਸਚਨਸ ਅਰਥਾਤ ਬਹੁ ਵਿਕਲਪੀ ਪ੍ਰਸ਼ਨਾਂ ਦੇ ਦੁਆਰਾ ਕਰਾਂਗੇ। ਸੋ ਆਓ ਇਸ ਪਾਠ ਦੀ ਦੁਹਰਾਈ ਆਰੰਭ ਕਰੀਏ। ਸੋ ਬਹੁ ਵਿਕਲਪੀ ਪ੍ਰਸ਼ਨ। ਵਿਦਿਆਰਥੀਓ, ਤੁਸੀਂ ਆਪਣੀ ਕਾਪੀ ਵਿੱਚ ਸਹੀ ਉੱਤਰ ਜੋ ਤੁਸੀਂ ਸੋਚਦੇ ਹੋ ਉਹ ਤੁਸੀਂ ਲਿਖੋ ਔਰ ਜੋ ਇੱਥੇ ਦੱਸਿਆ ਜਾਏਗਾ ਉਸ ਨਾਲ ਉਸ ਦਾ ਤੁਸੀਂ ਮਿਲਾਨ ਵੀ ਕਰੋ ਔਰ ਅੰਤ ਵਿੱਚ ਤੁਸੀਂ ਆਪ ਆਪਣੇ ਨੰਬਰ ਦੇਖ ਪਾਓਗੇ, ਚੈੱਕ ਕਰ ਸਕੋਗੇ ਕਿ ਤੁਸੀਂ ਕਿੰਨੇ ਨੰਬਰ ਪ੍ਰਾਪਤ ਕੀਤੇ ਹਨ। ਆਓ ਦੁਹਰਾਈ ਸ਼ੁਰੂ ਕਰੀਏ। ਪਹਿਲਾ ਪ੍ਰਸ਼ਨ, ਇਤਿਹਾਸ ਕਿਸ ਸਮੇਂ ਦਾ ਅਧਿਐਨ ਹੈ? ਇਤਿਹਾਸ ਕਿਸ ਸਮੇਂ ਦਾ ਅਧਿਐਨ ਹੈ? ਊੜਾ ਵਰਤਮਾਨ ਦਾ, ਐੜਾ ਅਤੀਤ ਅਰਥਾਤ ਭੂਤਕਾਲ ਦਾ, ਈੜੀ ਭਵਿੱਖ ਦਾ। ਸੋ ਸਹੀ ਉੱਤਰ ਐੜਾ ਅਤੀਤ ਜਾਂ ਭੂਤਕਾਲ ਦਾ। ਅਗਲਾ ਪ੍ਰਸ਼ਨ, ਮਨੁੱਖ ਦੇ ਜੀਵਨ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ ਗਿਆ ਹੈ? ਮਨੁੱਖ ਦੇ ਜੀਵਨ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ ਗਿਆ ਹੈ? ਊੜਾ 2, ਐੜਾ 3, ਈੜੀ ਇਹਨਾਂ ਵਿੱਚੋਂ ਕੋਈ ਨਹੀਂ। ਸੋ ਸਹੀ ਉੱਤਰ ਊੜਾ 2 ਕਾਲਾਂ ਵਿੱਚ। ਅੱਗੇ ਹੈ, ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਾ ਹੋਵੇ ਉਸ ਸਮੇਂ ਜਾਂ ਕਾਲ ਨੂੰ ਕੀ ਕਹਿੰਦੇ ਹਨ? ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਨਾ ਹੋਵੇ ਉਸ ਸਮੇਂ ਜਾਂ ਕਾਲ ਨੂੰ ਕੀ ਕਹਿੰਦੇ ਹਨ? ਊੜਾ ਇਤਿਹਾਸ, ਐੜਾ ਪੂਰਵ ਇਤਿਹਾਸ ਤੇ ਈੜੀ ਭਵਿੱਖ। तो सही उत्तर है ऐड़ा पूर्व इतिहास। प्रश्न नंबर 4, प्राचीन काल विच
ਮਨੁੱਖ ਕਿੱਥੇ ਰਹਿੰਦਾ ਸੀ? ਊੜਾ ਗੁਫਾਵਾਂ ਵਿੱਚ, ਐੜਾ ਰੇਗਿਸਤਾਨ ਵਿੱਚ, ਈੜੀ ਝੌਂਪੜੀਆਂ ਵਿੱਚ। ਸੋ ਤੁਸੀਂ ਪਾਠ ਪੜ੍ਹਿਆ ਸੀ, ਆਪਣੀ ਸੋਚ ਸ਼ਕਤੀ ਦੁਆਰਾ ਉੱਤਰ ਦੱਸੋ। ਸਹੀ ਉੱਤਰ ਹੈ ਊੜਾ ਗੁਫਾਵਾਂ ਵਿੱਚ। ਅਗਲਾ ਪ੍ਰਸ਼ਨ, ਪ੍ਰਾਚੀਨ ਮਨੁੱਖ ਦਾ ਭੋਜਨ ਕਿਹੋ ਜਿਹਾ ਸੀ? ਪ੍ਰਾਚੀਨ ਮਨੁੱਖ ਦਾ ਭੋਜਨ ਕਿਹੋ ਜਿਹਾ ਸੀ? ਊੜਾ ਕੱਚਾ ਮਾਂਸ ਅਤੇ ਕੰਦ ਮੂਲ, ਐੜਾ ਪੱਕਿਆ ਭੋਜਨ, ਈੜੀ ਅੱਜ ਦੇ ਭੋਜਨ ਵਰਗਾ। ਸੋ ਸਹੀ ਉੱਤਰ ਊੜਾ ਕੱਚਾ ਮਾਂਸ ਅਤੇ ਕੰਦ ਮੂਲ। ਅੱਗੇ ਹੈ, ਅਜਿਹੇ ਤੱਥ ਜਿਨ੍ਹਾਂ ਤੋਂ ਮਨੁੱਖ ਦੀ ਕਹਾਣੀ ਜਾਣਨ ਨੂੰ ਮਿਲਦੀ ਹੈ, ਉਹ ਕੀ ਅਖਵਾਉਂਦੇ ਹਨ? ਅਜਿਹੇ ਤੱਥ ਜਿਨ੍ਹਾਂ ਤੋਂ ਮਨੁੱਖ ਦੇ ਜੀਵਨ ਦੀ ਕਹਾਣੀ ਜਾਣਨ ਨੂੰ ਮਿਲਦੀ ਹੈ, ਉਹ ਕੀ ਅਖਵਾਉਂਦੇ ਹਨ? ਊੜਾ ਇਤਿਹਾਸ ਦੇ ਸਰੋਤ, ਐੜਾ ਇਤਿਹਾਸ ਦੇ ਪੰਨੇ ਤੇ ਈੜੀ ਪੁਸਤਕਾਂ। ਸਹੀ ਉੱਤਰ ਵਿਦਿਆਰਥੀਓ ਊੜਾ ਹੈ ਇਤਿਹਾਸ ਦੇ ਸਰੋਤ। ਅਗਲਾ ਪ੍ਰਸ਼ਨ, ਪੁਸਤਕਾਂ, ਸਾਹਿਤਕ ਸਰੋਤ ਅਤੇ ਪ੍ਰਾਚੀਨ ਖੰਡਰ ਵਸਤਾਂ ਆਦਿ ਕਿਹੜੇ ਸਰੋਤ ਅਖਵਾਉਂਦੇ ਹਨ? ਊੜਾ ਮਹਾਕਾਵ, ਐੜਾ ਸਾਹਿਤਕ ਸਰੋਤ, ਈੜੀ ਪੁਰਾਤਤਵ ਸਰੋਤ। ਸਹੀ ਉੱਤਰ ਈੜੀ ਪੁਰਾਤਤਵ ਸਰੋਤ। ਅਗਲਾ ਪ੍ਰਸ਼ਨ, ਸਾਹਿਤਕ ਸਰੋਤ ਕਿਹੜੇ ਹਨ? ਸਾਹਿਤਕ ਸਰੋਤ ਕਿਹੜੇ ਹਨ? ਊੜਾ ਧਾਰਮਿਕ ਪੁਸਤਕਾਂ, ਐੜਾ ਇਮਾਰਤਾਂ, ਈੜੀ ਬਰਤਨ। ਸਹੀ ਉੱਤਰ ਊੜਾ ਧਾਰਮਿਕ ਪੁਸਤਕਾਂ। ਅਗਲਾ ਪ੍ਰਸ਼ਨ, ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਲਿਖੀਆਂ ਪੁਸਤਕਾਂ ਨੂੰ ਕੀ ਕਹਿੰਦੇ ਹਨ? ਊੜਾ ਪੁਰਾਤਤਵ ਸਰੋਤ, ਐੜਾ ਸਾਹਿਤਕ ਸਰੋਤ, ਈੜੀ ਧਾਰਮਿਕ ਸ਼ਾਸਤਰ। ਸਹੀ ਉੱਤਰ ਈੜੀ ਹੈ ਧਾਰਮਿਕ ਸ਼ਾਸਤਰ। ਅੱਗੇ ਹੈ ਵਿਦਿਆਰਥੀਓ ਕਿ ਰਾਮਾਇਣ ਅਤੇ ਮਹਾਭਾਰਤ ਕਿਸ ਕਾਲ ਵਿੱਚ ਲਿਖੇ ਗਏ? ਰਾਮਾਇਣ ਅਤੇ ਮਹਾਭਾਰਤ ਕਿਸ ਕਾਲ ਵਿੱਚ ਲਿਖੇ ਗਏ? ਊੜਾ ਮੱਧਕਾਲ, ਐੜਾ ਮੁੱਢਲੇ ਵੈਦਿਕ ਕਾਲ, ਈੜੀ ਪ੍ਰਾਚੀਨ ਕਾਲ। ਸੋ ਵਿਦਿਆਰਥੀਓ ਸੋਚ ਕੇ ਇਸ ਦਾ ਉੱਤਰ ਚੁਣੋ ਕਿ ਸਹੀ ਉੱਤਰ ਕੀ ਹੈ। ਸੋ ਇਸ ਦਾ ਸਹੀ ਉੱਤਰ ਹੈ ਐੜਾ ਮੁੱਢਲੇ ਵੈਦਿਕ ਕਾਲ। ਅੱਗੇ ਦੇਖੀਏ ਹੋਰ ਪ੍ਰਸ਼ਨ, ਮਨੁ ਸਮ੍ਰਿਤੀ ਕਿਸ ਕਿਸਮ ਦਾ ਸਰੋਤ ਹੈ? ਮਨੁ ਸਮ੍ਰਿਤੀ ਕਿਸ ਕਿਸਮ ਦਾ ਸਰੋਤ ਹੈ? ਊੜਾ ਕਹਾਣੀ, ਐੜਾ ਮਹਾਕਾਵ, ਈੜੀ ਧਾਰਮਿਕ ਸ਼ਾਸਤਰ। ਸੋ ਇਸ ਦਾ ਸਹੀ ਉੱਤਰ ਹੈ ਈੜੀ ਧਾਰਮਿਕ ਸ਼ਾਸਤਰ। ਅਗਲਾ ਪ੍ਰਸ਼ਨ, ਰਾਮਾਇਣ ਦੀ ਰਚਨਾ ਕਿਸ ਨੇ ਕੀਤੀ? ਊੜਾ ਮਹਾਰਿਸ਼ੀ ਵਾਲਮੀਕ, ਐੜਾ ਵਿਆਸ ਰਿਸ਼ੀ, ਈੜੀ ਕੌਟਿਲਿਆ। ਸਹੀ ਉੱਤਰ ਹੈ ਊੜਾ ਮਹਾਰਿਸ਼ੀ ਵਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਕੀਤੀ ਸੀ।
ਉਸ ਤੋਂ ਅੱਗੇ ਰਾਮਾਇਣ ਵਿੱਚ ਦਰਜ ਸ਼ਲੋਕਾਂ ਦੀ ਸੰਖਿਆ ਕਿੰਨੀ ਹੈ? ਰਾਮਾਇਣ ਵਿੱਚ ਦਰਜ ਸ਼ਲੋਕਾਂ ਦੀ ਸੰਖਿਆ ਕਿੰਨੀ ਹੈ? ਊੜਾ 30,000, ਐੜਾ 24,000, ਈੜੀ 25,000। सही उत्तर है ऐड़ा 24,000। अगला प्रश्न, महाभारत दा रचनाकार कौन है? महाभारत दा रचनाकार कौन है? ऊड़ा आर्यभट्ट, ऐड़ा महर्षि वाल्मीकि जी, ईड़ी व्यास ऋषि जी। सो सही उत्तर ईड़ी है व्यास ऋषि जी। अगला प्रश्न, कौटिल्या दा पेशे पक्षों की किता सी? प्रश्न फिर सुनो, कौटिल्या दा पेशे पक्षों की किता सी? ऊड़ा अध्यापक, ऐड़ा राजा या ईड़ी सैनिक। तो सही उत्तर इसका है ऊड़ा अध्यापक। सो कौटिल्या अध्यापक सी। तुसी कौटिल्या बारे पढ़िया है, याद रखना है विद्यार्थियों। अगला प्रश्न, कौटिल्या द्वारा रचित पुस्तक का की नाम है? कौटिल्या द्वारा रचित पुस्तक का की नाम है? ऊड़ा अर्थशास्त्र, ऐड़ा विज्ञान की कहानी, ईड़ी भविख की योजना। सही उत्तर ऊड़ा अर्थशास्त्र। अगे है, कहानी लिखण का आरंभ सब तो पहला कित्थे होया? कहानी लिखण का आरंभ सब तो पहला कित्थे होया सी? ऊड़ा रूस विच, ऐड़ा भारत विच ते ईड़ी इंग्लैंड विच। सही उत्तर चुनो विद्यार्थियों कि रूस विच, भारत विच या इंग्लैंड विच। तो सही उत्तर है भारत विच। अगला प्रश्न है, जो व्यक्ति पुरातत्व स्रोतां का अध्ययन करता है उसनूं की कहंदे हन? जो व्यक्ति पुरातत्व स्रोतां का अध्ययन करता है उसनूं की कहंदे हन? ऊड़ा विज्ञानी, ऐड़ा पुलाड़ विज्ञानी, ईड़ी पुरातत्व विज्ञानी। तो सही उत्तर है ईड़ी पुरातत्व विज्ञानी। अगला प्रश्न, ਸਾਹਿਤਕ स्रोतां तो किस चीज़ की जानकारी मिलती है? ऊड़ा धर्म, समकालीन घटनावां ਅਤੇ समाज बारे, ऐड़ा सिर्फ समाज बारे, ईड़ी सिर्फ ਸਾਹਿਤ बारे। सो सही उत्तर विद्यार्थियों ऊड़ा है कि ਸਾਹਿਤਕ स्रोतां तो सानू उस समय ਦੇ धर्म, समकालीन घटनावां ਅਤੇ समाज बारे जानकारी मिलती है। अगला प्रश्न, प्राचीन काल विच सिक्के बनाउण लई किहड़ियां धातां दी वरतों कीती जांदी सी? ऊड़ा लोहे ਅਤੇ पित्तल दी, ऐड़ा कली, तांबा, सोना, चांदी, कांसे दी, ईड़ी कोई नहीं। सो सही उत्तर ऐड़ा है कली, तांबा, सोना, चांदी, कांसे दी। सो
ਵਿਦਿਆਰਥੀਓ, ਇਹਨਾਂ ਤਸਵੀਰਾਂ ਨੂੰ ਦੇਖ ਕੇ ਇਮਾਰਤਾਂ ਦੇ ਨਾਮ ਦਾ ਅੰਦਾਜ਼ਾ ਲਗਾਓ। ਇਹ ਤਸਵੀਰਾਂ ਜੋ ਤੁਹਾਡੇ ਸਾਹਮਣੇ ਦਿਖਾਈਆਂ ਜਾ ਰਹੀਆਂ ਹਨ, ਵਿਦਿਆਰਥੀਓ ਉਹਨਾਂ ਦੇ ਨਾਮ ਬਾਰੇ ਸੋਚੋ ਕਿ ਇਹ ਤਸਵੀਰਾਂ ਕਿਹੜੀਆਂ ਹਨ, ਕਿਸ ਇਮਾਰਤ ਦੀਆਂ ਹਨ। ਇਹ ਕਿਸ ਸ਼ਹਿਰ ਵਿੱਚ ਹਨ? ਕੀ ਇਹ ਭਾਰਤ ਵਿੱਚ ਹਨ ਜਾਂ ਭਾਰਤ ਤੋਂ ਬਾਹਰ ਹਨ? ਇਹ ਕਿਸ ਸਮੇਂ ਦੀਆਂ ਹਨ? ਸੋਚੋ ਤੇ ਨੋਟ ਕਰੋ। ਸੋ ਪਹਿਲੀ ਤਸਵੀਰ ਕੁਤੁਬ ਮੀਨਾਰ ਦੀ ਹੈ ਅਤੇ ਇਸ ਦੇ ਨਾਲ ਦੂਸਰੀ ਤਸਵੀਰ ਲਾਲ ਕਿਲੇ ਦੀ ਹੈ। ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਇੰਟਰਨੈਟ ਦੇ ਉੱਤੇ ਹੋਰ ਵੀ ਪ੍ਰਾਚੀਨ ਇਮਾਰਤਾਂ ਨੂੰ ਦੇਖੋ ਅਤੇ ਉਹਨਾਂ ਬਾਰੇ ਜਾਣਕਾਰੀ ਲਵੋ, ਉਹਨਾਂ ਦੇ ਇਤਿਹਾਸ ਨੂੰ ਜਾਣੋ ਤੇ ਸਮਝੋ। ਸੋ ਅੱਗੇ ਹੋਰ ਪ੍ਰਸ਼ਨਾਂ ਵੱਲ ਚੱਲਦੇ ਹਾਂ ਕਿ ਸਿੱਕਿਆਂ ਦੇ ਅਧਿਐਨ ਕਰਨ ਦੀ ਵਿੱਦਿਆ ਨੂੰ ਕੀ ਕਹਿੰਦੇ ਹਨ। ਇੱਕ ਵਾਰ ਫੇਰ ਸੁਣੋ ਕਿ ਸਿੱਕਿਆਂ ਦੇ ਅਧਿਐਨ ਕਰਨ ਦੀ ਵਿੱਦਿਆ ਨੂੰ ਕੀ ਕਹਿੰਦੇ ਹਨ। ਸੋ ਇਸ ਦੇ ਆਪਸ਼ਨਸ ਹਨ: ਊੜਾ ਸਿੱਕਿਆਂ ਦੀ ਵਿੱਦਿਆ, ਐੜਾ ਸਿੱਕਾ ਸ਼ਾਸਤਰ ਤੇ ਈੜੀ ਟਕਸਾਲ। ਸਹੀ ਉੱਤਰ ਚੁਣੋ। ਸੋ ਸਹੀ ਉੱਤਰ ਹੈ ਊੜਾ ਸਿੱਕਿਆਂ ਦੀ ਵਿੱਦਿਆ। ਅਗਲਾ ਪ੍ਰਸ਼ਨ, ਮੁੱਖ ਤੌਰ ਤੇ ਸਿੱਕਿਆਂ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਸੀ? ਫਿਰ ਸੁਣੋ ਕਿ ਮੁੱਖ ਤੌਰ ਤੇ ਸਿੱਕਿਆਂ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਸੀ? ਊੜਾ ਚੀਜ਼ਾਂ ਖਰੀਦਣ ਅਤੇ ਵੇਚਣ ਲਈ, ਐੜਾ ਸਿਰਫ ਅਨਾਜ ਖਰੀਦਣ ਲਈ ਤੇ ਈੜੀ ਲੋਕਾਂ ਵਿੱਚ ਰੋਹਬ ਪਾਉਣ ਲਈ। ਸਹੀ ਉੱਤਰ ਊੜਾ ਚੀਜ਼ਾਂ ਖਰੀਦਣ ਅਤੇ ਵੇਚਣ ਲਈ। ਅਗਲਾ ਪ੍ਰਸ਼ਨ ਹੈ, ਹਿੰਦੂ ਧਰਮ ਵਿੱਚ ਕਿੰਨੇ ਵੇਦ ਹਨ? ਊੜਾ 6, ਐੜਾ 5, ਈੜੀ 4। ਸਹੀ ਉੱਤਰ ਚੁਣੋ। ਸੋ ਸਹੀ ਉੱਤਰ ਹੈ ਈੜੀ 4 ਵੇਦ ਹਨ। ਅਗਲਾ ਪ੍ਰਸ਼ਨ ਹੈ ਕਿ ਸਿੱਕਿਆਂ ਤੋਂ ਲੋਕਾਂ ਦੇ ਕਿਸ ਜੀਵਨ ਦੀ ਜਾਣਕਾਰੀ ਮਿਲਦੀ ਹੈ? ਸਿੱਕਿਆਂ ਤੋਂ ਲੋਕਾਂ ਦੇ ਕਿਸ ਜੀਵਨ ਦੀ ਜਾਣਕਾਰੀ ਮਿਲਦੀ ਹੈ? ਊੜਾ ਸਮਾਜਿਕ, ਐੜਾ ਧਾਰਮਿਕ, ਈੜੀ ਆਰਥਿਕ। ਸਹੀ ਉੱਤਰ ਈੜੀ ਆਰਥਿਕ ਹੈ ਬੇਟਾ। ਨੈਕਸਟ ਹੈ, ਜਿਸ ਸਮੇਂ ਦਾ ਸਾਡੇ ਕੋਲ ਕੋਈ ਲਿਖਤੀ ਵੇਰਵਾ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ? ਊੜਾ ਇਤਿਹਾਸ, ਐੜਾ ਪੂਰਵ ਇਤਿਹਾਸ ਤੇ ਈੜੀ ਪੁਰਾਤਨ ਪੱਥਰ ਯੁੱਗ। ਸੋ ਸਹੀ ਉੱਤਰ ਹੈ ਊੜਾ ਇਤਿਹਾਸ। ਸੋ ਅੱਗੇ ਹੋਰ ਪ੍ਰਸ਼ਨ ਦੇਖੀਏ। ਜੋ ਵਿਅਕਤੀ ਇਤਿਹਾਸ ਲਿਖਦੇ ਹਨ
ਉਹਨਾਂ ਨੂੰ ਕੀ ਕਹਿੰਦੇ ਹਨ? ਊੜਾ ਨਾਇਕ, ਐੜਾ ਵਿਗਿਆਨੀ, ਈੜੀ इतिहासकार। तो बहुत सौखा है उत्तर विद्यार्थियों, ईड़ी इसका सही उत्तर है इतिहासकार। अगला प्रश्न, किहड़े समय लई इतिहास का अध्ययन जरूरी है? किहड़े समय लई इतिहास का अध्ययन करना जरूरी है? ਊੜਾ ਚੰਗੇ ਭਵਿੱਖ ਲਈ, ਐੜਾ ਚੰਗੇ ਵਰਤਮਾਨ ਲਈ ਤੇ ਈੜੀ ਅਤੀਤ ਜਾਂ ਬੀਤ ਚੁੱਕੇ ਸਮੇਂ ਲਈ। ਸੋ ਸਹੀ ਉੱਤਰ ਊੜਾ ਹੈ, ਚੰਗੇ ਭਵਿੱਖ ਲਈ। ਅਗਲਾ ਪ੍ਰਸ਼ਨ, ਸਤੰਭ, ਕਿਲੇ ਅਤੇ ਮਹੱਲ ਜੋ ਹਜ਼ਾਰਾਂ ਸਾਲ ਪਹਿਲਾਂ ਬਣੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ? ਸਤੰਭ, ਕਿਲੇ ਅਤੇ ਮਹੱਲ ਜੋ ਹਜ਼ਾਰਾਂ ਸਾਲ ਪਹਿਲਾਂ ਬਣੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ? ਊੜਾ ਸਮਾਰਕ, ਐੜਾ ਸ਼ਿਲਾਲੇਖ, ਈੜੀ ਸਾਹਿਤਕ ਸਰੋਤ। तो सही उत्तर है ऊड़ा स्मारक। अगला प्रश्न, नालंदा यूनिवर्सिटी ਦੇ ਖੰਡ ਕਿਸ ਰਾਜ ਵਿੱਚੋਂ ਮਿਲੇ ਹਨ? ਨਾਲੰਦਾ ਯੂਨੀਵਰਸਿਟੀ ਦੇ ਖੰਡ ਕਿਸ ਰਾਜ ਵਿੱਚੋਂ ਮਿਲੇ ਹਨ? ਊੜਾ ਕਰਨਾਟਕ, ਐੜਾ ਬਿਹਾਰ, ਈੜੀ उत्तर प्रदेश। तो सही उत्तर है विद्यार्थियों ऐड़ा बिहार। अगला प्रश्न, पत्थर दे स्तंभ, चट्टाना ਅਤੇ ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ਤੇ ਉਕਰੇ ਚਿੰਨ੍ਹਾਂ ਅਤੇ ਲਿਖਤਾਂ ਨੂੰ ਕੀ ਕਹਿੰਦੇ ਹਨ? ਪ੍ਰਸ਼ਨ ਫੇਰ ਸੁਣੋ। ਪੱਥਰ ਦੇ ਸਤੰਭ, ਚਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਦੀਵਾਰਾਂ ਤੇ ਉਕਰੇ ਚਿੰਨ੍ਹਾਂ ਅਤੇ ਲਿਖਤਾਂ ਨੂੰ ਕੀ ਕਹਿੰਦੇ ਹਨ? शिलालेख, स्मारक या महाकाव्य। तो सही उत्तर है ऊड़ा शिलालेख। अगे होर प्रश्न देखिए, शिलालेखां दे अध्ययन करन दी विद्या नूं की कहंदे हन? ऊड़ा सिक्कियां दी विद्या, ऐड़ा पुरालेख विद्या, ईड़ी पुरातन विद्या। सो सही उत्तर है ऐड़ा पुरालेख विद्या। नेक्स्ट है, सम्राट अशोक द्वारा स्तंभां ते की लिखवाया गया सी? ऊड़ा मनुखता दी भलाई दे संदेश, ऐड़ा कानून अते धर्म दे नियम, ईड़ी कुछ भी नहीं। सो सही उत्तर ऊड़ा है मनुखता दी भलाई दे संदेश। नेक्स्ट है, तामर पत्तरां दी वरतों किस काम लई कीती जांदी सी? ऊड़ा भूमि दी खरीद वेच अते दान लई, ऐड़ा आम वरतों लई, ईड़ी विआह शादी लई। सो सही उत्तर है ऊड़ा भूमि दी खरीद वेच अते दान लई। नेक्स्ट है, तामर पत्तर एक डैश दस्तावेज सी, प्राइवेट, सरकारी या अर्ध सरकारी? तो सही उत्तर ऐड़ा है सरकारी दस्तावेज सी। उस तो अगे, तामर पत्तर तो सरकार दा डैश भी स्पष्ट हुंदा सी। ऊड़ा इरादा, ऐड़ा अनुमान, ईड़ी योगदान। तो सही उत्तर है योगदान स्पष्ट हुंदा सी। नेक्स्ट है, अतीत दा अध्ययन फजूल अते निरार्थक है। अतीत दा अध्ययन फजूल अते निरार्थक है। सही, गलत, कुछ नहीं आप सकते। सो उत्तर है ऐड़ा गलत।
क्योंकि अतीत का अध्ययन निरार्थक नहीं है, सानू बहुत सिक्ख्या दे के जाता है। अगला प्रश्न, स्मारकों के अध्ययन तो सानू किस बारे जानकारी मिलती है? ऊड़ा इतिहास अते सभ्याचारक जीवन बारे, ऐड़ा कानून अते धर्म दे बारे ते ईड़ी कुछ भी नहीं। सही उत्तर ऊड़ा इतिहास अते सभ्याचारक जीवन बारे। अगला प्रश्न है, आर्यभट्ट कौन सी? ऊड़ा राजा, ऐड़ा विज्ञानी, ईड़ी लेखक। तो सही उत्तर ऐड़ा विज्ञानी। नेक्स्ट है, सिक्के इतिहास का स्रोत नहीं हैं। ऊड़ा गलत, ऐड़ा सही, ईड़ी कुछ नहीं आख सकते। तो उत्तर है ऊड़ा गलत। नेक्स्ट है, आरण्यक उपनिषद साहित्यक स्रोत नहीं हैं। ऊड़ा सही, ऐड़ा गलत। तो सही उत्तर है ऐड़ा एक गलत है। तो नेक्स्ट, इन्हां तस्वीरां नूं देख के भी तुसी अंदाजा लगाओ विद्यार्थियों। पहली तस्वीर महारिषि वाल्मीकि जी दी है, उस तो बाद चाणक्य जी अते अशोक चक्र दी तस्वीर तुहानूं दिखाई गई है। इन्हां बारे तुसी होर जानकारी भी इकट्ठी करनी है। आओ अगले प्रश्न देखिए। इतिहास शब्द यूनानी भाषा दे किस शब्द तो बनया है? ऊड़ा डायना, ऐड़ा डेमोक्रेसी, ईड़ी हिस्टोरिया। सो सही उत्तर ईड़ी हिस्टोरिया तो बनया है। नेक्स्ट है, इतिहास दा पितामा किसनूं कहा जाता है? ऊड़ा इब्राहिम लिंकन, ऐड़ा वास्को डी गामा, ईडी हेरोडोट्स। तो सही उत्तर है ईडी हेरोडोट्स। नेक्स्ट है, हिस्टोरिया दा की अर्थ है? हिस्टोरिया दा की अर्थ है? ऊड़ा भूतकाल दा ज्ञान, ऐड़ा भविख दा ज्ञान, ईड़ी वर्तमान दा ज्ञान। सो सही उत्तर भूतकाल दा ज्ञान। अगला प्रश्न, मनुख नूं वर्तमान अवस्था विच पहुंचण लई किन्ना समा लगा? मनुख नूं वर्तमान अवस्था विच पहुंचण लई किन्ना समा लगा? ऊड़ा सैकड़े साल, ऐड़ा लखां साल, ईड़ी हजारां साल। सही उत्तर है ऐड़ा लखां साल। अगला प्रश्न, आर्यभट्ट दे समय भारती लोग किहड़े विषयां विच दूसरे देशां नालों अगे सन? आर्यभट्ट दे समय भारती लोग किहड़े विषयां विच दूसरे देशां नालों अगे सन? ऊड़ा विज्ञान अते गणित, ऐड़ा गणित अते समाज शास्त्र, ईड़ी विज्ञान अते धर्म शास्त्र। सो सही उत्तर है विज्ञान अते गणित। ऊड़ा सही उत्तर है। सो विद्यार्थियों, आप सब जी ने बड़े ध्यान दे नाल इन्हां सारे प्रश्नां नूं हल कीता होवेगा। हुण तुसीं इन्हां प्रश्नां दे सही उत्तरां नूं जो कि इत्थे दस्से गए हन ते दो तुसीं नोट कीते हन, मिला के अपने नंबर देख सकते हो ते इन्हां प्रश्नां नूं याद कर सकते हो। बहुत बहुत धन्यवाद।